ਅਕਾਊਂਟਿੰਗ ਤੇ ਫਾਈਨੈਂਸ਼ੀਅਲਸ ਦਾ ਤੇ ਉਹਦੇ ਕਰਕੇ ਲਾਇਆ। 30 ਜੂਨ ਵੀ ਆ ਰਹੀ, ਜੇ ਕਿਸੇ ਨੇ ਇੰਡੀਵਿਜੂਅਲ ਟੈਕਸ ਰਿਟਰਨ ਕਰਾਣੀ, ਉੱਦਾਂ ਵੀ ਬਿਜ਼ਨਸ ਤੁਹਾਡੇ ਤੁਸੀਂ ਟੈਕਸ ਰਿਟਰਨ ਕਰਵਾਣੀ, ਫਾਈਨੈਂਸ਼ੀਅਲ ਕਰਵਾਣੇ, ਜੀਐਸਟੀਆਂ ਕਰਵਾਉਣੀਆਂ, ਕੁਝ ਵੀ, ਤੇ ਤੁਸੀਂ ਸਾਡਾ ਕੰਟੈਕਟ ਲੈ ਸਕਦੇ ਹੋ। ਅਸੀਂ ਬੇਸਡ ਹੈਗੇ ਮੈਲਬਨ 'ਚ, ਪਰ ਅੱਜ ਕੱਲ੍ਹ ਸਾਰਾ ਕੰਮ ਤੁਹਾਨੂੰ ਪਤਾ ਹੀ ਹੈ ਹੋ ਜਾਂਦਾ ਆਨਲਾਈਨ ਹੀ ਹੋ ਜਾਂਦਾ, ਟੀਮਸ ਤੇ ਹੋ ਜਾਂਦਾ। ਸੋ ਫਾਰਮਰਸ ਲਈ ਸਾਡੀ ਸਪੈਸ਼ਲਿਟੀ ਹੈਗੀ ਹੈ। ਜੇ ਤੁਹਾਡੇ ਨੋਨ 'ਚ ਕੋਈ ਫਾਰਮਰਸ ਲਈ ਬਹੁਤ ਆਪਸ਼ਨ ਅਵੇਲੇਬਲ ਹੈਗੀ ਹੈ। ਕੀ ਕਹਿੰਦੇ ਆਪਣੀ ਸਰਕਾਰ ਵੱਲੋਂ ਜੀਐਸਟੀ ਸਾਰੀ ਮੁੜ ਕੇ ਆਣੀ, ਰਿਫੰਡ ਆਣਾ ਤੁਹਾਨੂੰ, ਤੇ ਫਾਰਮ ਮੈਨੇਜਮੈਂਟ ਡਿਪੋਜ਼ਿਟ ਦੀ ਸਕੀਮ ਅਵੇਲੇਬਲ ਹੈ। ਪ੍ਰਾਇਮਰੀ ਪ੍ਰੋਡਿਊਸਰ ਐਵਰੇਜਿੰਗ ਅਵੇਲੇਬਲ ਹੋ ਜਾਂਦੀ ਹੈ ਪ੍ਰਾਇਮਰੀ ਪ੍ਰੋਡਿਊਸਰਸ ਨੂੰ ਨਾ, ਤੇ ਉਹ ਇਦਾਂ ਹੁੰਦਾ ਪ੍ਰਾਇਮਰੀ ਪ੍ਰੋਡਿਊਸਰ ਐਵਰੇਜਿੰਗ, ਤੁਹਾਡਾ 5 ਸਾਲ ਦਾ ਟੈਕਸ ਐਵਰੇਜ ਕਰਕੇ ਤੁਹਾਡਾ ਜਾਂਦਾ। ਇਦਾਂ ਨਹੀਂ ਇਸ ਸਾਲ ਜ਼ਿਆਦਾ ਇਨਕਮ ਹੈ ਤਾਂ ਤੁਹਾਨੂੰ ਜ਼ਿਆਦਾ ਟੈਕਸ ਭਰਨਾ ਪੈਣਾ। 5 ਸਾਲ ਦੀ ਇਨਕਮ ਐਵਰੇਜ ਕਰਕੇ ਹਰ ਸਾਲ ਥੋੜਾ ਥੋੜਾ ਐਵਰੇਜ ਕਰਕੇ ਭਰਦੇ ਹੋ ਕਿ ਇੱਕ ਸਾਲ ਲਾਸ ਹੋ ਗਿਆ ਤੇ ਉਸ ਸਾਲ ਕੋਈ ਟੈਕਸ ਨਹੀਂਗਾ, ਪਿਛਲੇ ਸਾਲ ਦਾ ਪ੍ਰੋਫਿਟ ਉਹਦੇ 'ਚ ਥੋੜਾ ਐਡਜਸਟ ਹੋ ਕੇ ਥੋੜਾ ਜਿਹਾ ਟੈਕਸ ਚੱਲ ਜਾਣਾ। ਜਿਹੜਾ ਟੈਕਸ ਆਪਾਂ ਨੂੰ ਦੇਣਾ ਪੈਂਦਾ ਉਸ ਤੋਂ ਇਲਾਵਾ ਆਪਾਂ ਉਹਨੂੰ ਕਿਵੇਂ ਡੌਜ ਕਰ ਸਕਦੇ ਹਾਂ? ਡਿਪੈਂਡ ਕਰਦਾ ਹੁਣ ਤੁਸੀਂ ਕਿਹੜੀ ਫੀਲਡ 'ਚ। ਡੌਜ ਨਹੀਂ ਮੈਂ ਕਹੂੰਗੀ, ਪਰ ਬਹੁਤ ਸਾਰੇ ਲੀਗਲ ਇਦਾਂ ਦੇ ਵੇਜ਼ ਹੁੰਦੇ ਆ ਜਿਨ੍ਹਾਂ ਨਾਲ ਤੁਸੀਂ ਆਪਣਾ ਟੈਕਸ ਬਚਾ ਸਕਦੇ ਹੋ। ਤੁਸੀਂ ਜੇ ਹੁਣ ਤੁਹਾਨੂੰ ਟੈਕਸ ਭਰਨਾ ਪੈਂਦਾ ਹੈਗਾ, ਮਸ਼ੀਨਰੀ ਲੈ ਲੈਂਦੇ ਆ, ਉਸ ਤੋਂ ਬਾਅਦ ਫਿਰ ਤੁਸੀਂ ਪਾਕਟ ਦੇ ਵਿੱਚ ਕਿਵੇਂ ਪੈਸੇ ਸੇਵ ਕਰ ਸਕਦੇ ਕੈਸ਼? ਦੇਖੋ ਮਸ਼ੀਨਰੀ ਜਦੋਂ ਤੁਸੀਂ ਐਕਚੁਅਲ 'ਚ ਲੈ ਲਈ, ਉਹ ਉਸੇ ਵੇਲੇ ਪਹਿਲਾਂ ਤਾਂ ਜੀਐਸਟੀ ਰਿਫੰਡ ਆ ਜਾਣਾ ਤੁਹਾਨੂੰ ਸਾਰਾ ਦਾ ਸਾਰਾ। ਜੀਐਸਟੀ ਦਾ ਹਾਂ, ਕੈਸ਼ ਤੁਹਾਡਾ ਉਦੋਂ ਹੀ ਬਣ ਜਾਣਾ। ਜੀਐਸਟੀ ਪਹਿਲਾਂ ਪੇ ਕਰ ਚੁੱਕੇ ਹੋ, ਫਿਰ ਹੀ ਵਾਪਸ ਆਉਂਦੀ ਹੈ ਨਾ। ਹਾਂ ਜੀਐਸਟੀ ਉਹ ਤੁਸੀਂ ਨਹੀਂ ਦੇਖੋ, ਮਸ਼ੀਨਰੀ ਜਦੋਂ ਤੁਸੀਂ ਲਿੱਤੀ ਲੋਨ ਤੇ, ਲੋਨ ਤੁਹਾਡੀ ਜਾਨੀ ਕਿਸ਼ਤਾਂ ਕਰਕੇ, ਜੀਐਸਟੀ ਤੁਸੀਂ ਅਪਫਰੰਟ ਤਾਂ ਪੂਰੀ ਪੇ ਕੀਤੀ ਨਹੀਂ ਨਾ, ਪਰ ਅਪਫਰੰਟ ਜੇ ਕੈਸ਼ ਫਲੋ ਦੀ ਗੱਲ ਕਰੀਏ ਸਿਰਫ, ਤਾਂ ਤੁਹਾਨੂੰ ਕੈਸ਼ ਸਾਰਾ ਜੀਐਸਟੀ ਦਾ ਅਪਫਰੰਟ ਉਸੇ ਕੁਆਟਰ 'ਚ ਵਾਪਸ ਆ ਜਾਣਾ। ਸੋ ਕੈਸ਼ ਤੁਹਾਡਾ ਇਦਾਂ ਬਚਦਾ। ਦੂਜਾ ਤੁਸੀਂ ਕਹਿੰਦੇ ਟਰੈਕਟਰ ਦਾ ਕੰਮ ਆਪਣਾ ਬਿਜ਼ਨਸ ਹੈ ਨਾ, ਫਿਊਲ ਟੈਕਸ ਕ੍ਰੈਡਿਟ ਆਪਣਾ ਬਹੁਤ ਵਧੀਆ ਤਰੀਕਾ ਕੈਸ਼ ਫਲੋ ਇੰਕਰੀਜ਼ ਕਰਨ ਦਾ। ਚੈੱਕ ਕਰਿਓ, ਤੇ ਤਾਂ 25 ਕਿ 30 ਸੈਂਟ ਵਾਪਸ 25-30 ਸੈਂਟ ਤੁਹਾਨੂੰ ਉਹ ਵਾਪਸ ਆ ਜਾਂਦਾ। ਕਿੰਨਾ ਤੁਹਾਡਾ ਹਫਤੇ ਦਾ ਕਿੰਨਾ ਖਰਚਾ ਆਇਆ ਫਿਊਲ ਦਾ? ਕਿੰਨਾ ਖਰਚਾ ਹਫਤੇ ਦਾ? ਹੋਊਗਾ $500 $500 ਹੋਏਗਾ ਹਫਤੇ ਦਾ ਖਰਚਾ। ਕੁਆਟਰਲੀ ਤੁਹਾਡਾ ਫਿਰ ਉਹੀ 25 ਸੈਂਟ ਤੁਸੀਂ ਦੇਖ ਲਓ, ਉਹਦੇ ਤੇ ਵਾਪਸ ਉਹ ਆ ਜਾਣਾ। ਕਿੱਥੇ ਆਪਣਾ ਟਰੱਕ ਚੱਲਦਾ ਉਹ ਵੀ ਡਿਪੈਂਡ ਕਰਦਾ। ਜੇ ਜਿੱਦਾਂ ਕੰਸਟਰਕਸ਼ਨ ਸਾਈਟਾਂ ਦੇ ਅੰਦਰ ਜਿੱਦਾਂ ਟਰੱਕ ਚੱਲਦਾ, ਉਹਦੇ ਤੇ 50 ਸੈਂਟ ਵਾਪਸ ਆ ਜਾਂਦਾ ਫਿਊਲ ਆਪਾਂ ਨੂੰ। ਹੋਰ ਵੀ ਬਹੁਤ ਸਾਰੇ ਇਦਾਂ ਦੇ ਤਰੀਕੇ, ਲੂਪ ਹੋਲਸ ਵਗੈਰਾ ਹੈਗੇ। ਬਾਕੀ ਤੁਹਾਡਾ ਬਿਜ਼ਨਸ ਜ਼ਿਆਦਾ ਜਾਣ ਕੇ ਪਤਾ ਲੱਗੇਗਾ ਕਿ ਇਹਦਾ ਕੰਪਨੀ 'ਚ ਕੰਮ ਕਰਦੇ ਕਿ ਟਰਸਟ 'ਚ ਕੰਮ ਕਰਦੇ? ਨਾ ਮੈਂ ਕੰਪਨੀ ਵਿੱਚ ਕੰਮ ਕਰਦਾ, ਪਰ ਮੇਰੇ ਕੋਲ ਫਾਰਮ ਵੀ ਹੈ। ਅੱਛਾ, ਫਾਰਮ ਵੀ ਹੈਗਾ ਮਿਲਡੂਰਾ ਦੇ ਵਿੱਚ? ਕਿਸ ਚੀਜ਼ ਦਾ ਫਾਰਮ ਹੈ? ਵਾਈਨ ਗ੍ਰੇਪਸ ਦੇ। ਕਿਹਦਾ? ਵਾਈਨ ਗ੍ਰੇਪਸ। ਵਾਈਨ ਗ੍ਰੇਪਸ ਦਾ, ਵਾਈਨਰੀਜ਼ ਦਾ। ਠੀਕ ਹੈ। ਤੇ 1 ਏਕੜ ਦੀ ਤੁਹਾਡੀ ਕਿੰਨੀ ਕਾਸਟ ਹੈ ਵੈਸੇ? 1 ਏਕੜ ਦੀ ਤੁਸੀਂ ਇਹਦਾ ਕਦੀ ਹਿਸਾਬ ਲਾਇਆ ਹੋਏਗਾ? ਲਾਇਆ ਕਦੇ ਕਦਾਈ, ਪਰ ਕੋਈ ਜ਼ਿਆਦਾ ਹੁਣ ਬੈਨੀਫਿਟ ਨਹੀਂ ਉਹਦਾ। ਅੱਛਾ, ਕਿਉਂਕਿ ਜਿਹੜਾ ਕ੍ਰੌਪ ਦਾ ਪ੍ਰਾਈਸ ਹੀ ਨਹੀਂ ਮਿਲ ਰਿਹਾ ਹੈਗਾ ਤੁਹਾਨੂੰ, ਤੇ ਤੁਹਾਡੇ ਕੋਲ ਐਕਸਪੈਂਸ ਤਾਂ ਉਹਨੇ ਰਹਿਣੇ ਹੀ ਰਹਿਣੇ ਆ। ਸੈਲ ਕਿਦਾਂ ਕਰਦੇ? ਏਜੰਟ ਨੂੰ ਕਰਦੇ ਵਾਈਨਰੀਜ਼ ਆਪਣੀ ਗ੍ਰੇਪ ਡਾਇਰੈਕਟ ਵਾਈਨਰੀ ਨੂੰ ਜਾਂ ਥਰੂ ਏਜੰਟ? ਥਰੂ ਏਜੰਟ ਨੂੰ। ਪ੍ਰੋਸੈਸਿੰਗ ਉਹੀ ਕਰਦੇ ਤੁਸੀਂ, ਗ੍ਰੇਪ ਆਪਣਾ ਫਰੂਟ ਸੈਲ ਕਰਦੇ ਨੇ ਇੱਕ ਤਰ੍ਹਾਂ। ਹਾਂ, ਤੁਸੀਂ ਕੰਟਰੈਕਟ ਕਰਕੇ ਉਹਨਾਂ ਨੂੰ ਹਾਰਵੈਸਟਿੰਗ ਕਰਕੇ ਹਾਂਜੀ, ਉਹਨਾਂ ਨੂੰ ਤੁਸੀਂ ਫਰੂਟ ਭੇਜ ਦਿੰਦੇ ਆ। ਫਰੂਟ ਭੇਜ ਦਿੰਦੇ ਹੋ। ਓਕੇ, ਜਿਵੇਂ ਉਹ ਐਗਰੀਮੈਂਟ ਹੋ ਜਾਂਦਾ ਕਿ 50 ਸਾਲ ਦਾ ਫਰੂਟ ਉਹ ਤੁਹਾਨੂੰ ਦੱਸ ਦਿੰਦਾ ਹੈ, ਪਰ ਉਹਦਾ ਪ੍ਰਾਈਸ ਹੀ ਨਹੀਂ ਮਿਲ ਰਿਹਾ ਹੈਗਾ। ਅੱਛਾ, ਚਾਈਨਾ ਕਰਕੇ। ਹਾਂ ਗ੍ਰੇਪ ਦਾ ਪ੍ਰਾਈਸ ਫਿਲਹਾਲ ਤੁਹਾਡਾ ਤੁਸੀਂ ਕਹਿੰਦੇ ਗਿਰਿਆ ਹੋਇਆ ਹੈ, ਠੀਕ ਹੈ? ਗ੍ਰੇਪ ਫਰੂਟ ਦਾ ਪ੍ਰਾਈਸ। ਤੇ ਕੋਈ ਇਦਾਂ ਦਾ ਸਾਲ ਵੀ ਸੀਗਾ ਜਦੋਂ ਬਹੁਤ ਹਾਈ ਸੀਗਾ ਪਿਛਲੇ ਕੁਝ ਸਾਲਾਂ 'ਚ? 17 ਤੋਂ ਲੈ ਕੇ 20 ਤੱਕ ਵਧੀਆ ਸੀ। 17 ਤੋਂ ਲੈ ਕੇ 20 ਤੱਕ ਵਧੀਆ ਸੀਗਾ, ਤੇ 20 ਤੋਂ ਬਾਅਦ ਹੁਣ ਗਿਰੀ ਜਾ ਰਿਹਾ ਹੈ। 20 ਤੋਂ ਬਾਅਦ ਜਦੋਂ ਦਾ ਚਾਈਨਾ ਨੇ ਟੈਰਿਫ ਅਨਾਉਂਸ ਕੀਤਾ ਸੀ ਨਾ, ਉਸ 200%, ਉਸ ਤੋਂ ਬਾਅਦ ਗ੍ਰੇਪਸ ਦਾ ਪ੍ਰਾਈਸ ਹੀ ਨਹੀਂ ਅਪ ਗਿਆ। ਓਕੇ, ਸੋ ਮੋਸਟਲੀ ਆਪਣੀ ਇੱਥੋਂ ਵਾਈਨਸ ਜਾਂਦੀਆਂ ਸੀ ਚਾਈਨਾ ਹੀ ਐਕਸਪੋਰਟ ਨਾ ਹੁੰਦੀਆਂ ਸੀ। ਚਾਈਨਾ, ਆਸਟ੍ਰੇਲੀਆ ਦੀਆਂ ਵਾਈਨਰੀਜ਼ ਨਹੀਂ, ਉਹ ਸਾਰੀ ਐਕਸਪੋਰਟ ਚਾਈਨਾ ਨੂੰ ਕਰਦੇ ਸੀਗੇ, ਤੇ ਹੁਣ ਚਾਈਨਾ ਨੇ ਟੈਰਿਫ ਲਾਇਆ ਸੀ 2021 ਦੇ ਵਿੱਚ ਵੀ 200%। ਫਿਰ ਉਹਨਾਂ ਨੂੰ ਕੁਝ ਬਚ ਹੀ ਨਹੀਂ ਰਿਹਾ ਸੀਗਾ, ਤੇ ਉਹ ਫਿਰ ਵਾਈਨਰੀ ਭੇਜ ਨਹੀਂ ਰਹੀ ਸੀ। ਵਾਈਨਰੀ ਨੇ ਗਾਹ ਨਹੀਂ ਸੇਲ ਕਰਦੇ, ਉਹ ਖਰੀਦ ਨਹੀਂ ਰਹੇ ਸੀ ਫਾਰਮਰ। ਅੱਛਾ ਜੀ। ਤੇ ਹੁਣ ਟੈਰਿਫ ਤਾਂ ਵੈਸੇ ਹਟ ਗਿਆ ਹੋਇਆ ਮੇਰੇ ਹਿਸਾਬ ਨਾਲ। ਹੁਣ ਮਾਰਕੀਟ ਡਾਊਨ ਹੋ ਗਈ ਨਾ, ਕਿਉਂਕਿ 3-4 ਸਾਲ ਦਾ ਗੈਪ ਹੈ ਗਿਆ ਉਹਨਾਂ ਨਾਲ। ਤੇ ਬਾਕੀ ਉਹਨਾਂ ਕੋਲ ਓਵਰ ਸਪਲਾਈ ਫਰੂਟ ਵੀ ਹੋ ਗਿਆ, ਤੇ ਬਾਕੀ ਉਹਨਾਂ ਕੋਲ ਵਾਈਨ ਵੀ ਸਟੋਰ ਹੋਈ ਵੀ ਹੈ। ਅੱਛਾ ਜੀ। ਤੇ ਉਹਨਾਂ ਨੂੰ ਹੁਣ ਹੌਲੀ ਕਰਕੇ ਨਿਕਲਣਾ, ਕਿੱਥੇ ਹਜ਼ਾਰਾਂ ਲੀਟਰ ਦੇ ਵਿੱਚ ਜਾਂਦਾ ਸੀਗਾ, ਕਿੱਥੇ ਹੁਣ 100 ਲੀਟਰ ਦੇ ਵਿੱਚ ਚਲਾ ਗਿਆ। ਤਾਂ ਤੁਸੀਂ ਜਿੱਦਾਂ ਗ੍ਰੇਪ ਸੈਲ ਕਰਦੇ ਹੋ, ਕਿੰਨੇ ਸਾਲ ਦੀ ਲਾਈਫ ਹੁੰਦੀ ਹੈ ਤੁਹਾਡੀ ਵਾਈਨਸ ਦੀ? ਜਿੱਦਾਂ ਕਿੰਨੇ ਸਾਲ ਪੁਰਾਣੀ ਵਾਈਨ, ਕਿੰਨੇ ਸਾਲ ਦੀ ਪ੍ਰੋਸੈਸਿੰਗ ਰੱਖਦੀ ਹੈ ਤੁਹਾਡੇ ਗ੍ਰੇਪਸ ਨੂੰ? ਜੇ ਇਕੱਲੀ ਵਾਈਨ ਦੀ ਗੱਲ ਕਰੀਏ, ਵਾਈਨ ਤਾਂ 25-30 ਸਾਲ, 35 ਸਾਲ, 40 ਸਾਲ ਤੱਕ ਤੁਸੀਂ ਇਹਨੂੰ ਗਰੋ ਕਰ ਸਕਦੇ ਆ। ਅੱਛਾ ਜੀ। ਵਾਈਨ ਦੀ ਇੰਨੀ ਕੁ ਲਾਈਫ ਤਾਂ ਹੁੰਦੀ ਹੈ। ਅੱਛਾ ਜੀ। ਪਰ ਡਿਪੈਂਡ ਕਰਦਾ ਤੁਹਾਡੀ ਪ੍ਰੂਨਿੰਗ ਤੇ, ਜਾਂ ਕਿਸ ਤਰ੍ਹਾਂ ਉਹਨੂੰ ਨਿਊਟ੍ਰੀਸ਼ਨ ਦਿੰਦੇ ਆ। ਤੁਸੀਂ ਲੱਗੇ ਲਗਾਏ ਬੂਟੇ ਲਿੱਤੇ ਸੀ? ਹਾਂਜੀ, ਲੱਗੇ ਲਗਾਏ ਉਹ ਬੂਟੇ ਲਿੱਤੇ ਵੀ 15 ਸਾਲ ਪੁਰਾਣੇ ਸੀ ਪਹਿਲੇ। 15 ਸਾਲ ਪੁਰਾਣੇ ਸੀ। ਸੋ 20 ਇਅਰਸ ਲਾਈਫ ਹੈ। ਤੁਸੀਂ ਕਹਿੰਦੇ 15 ਸਾਲ ਪੁਰਾਣੇ ਆਲਰੇਡੀ ਤੁਹਾਡੇ ਬੂਟੇ ਸੀਗੇ। ਨਾ, ਲਾਈਫ ਤਾਂ 30-35 ਸਾਲ ਤੱਕ ਚੱਲ 30-35 ਸਾਲ ਹੈਗੇ। ਓਕੇ, ਸੋ ਤੁਹਾਡੇ ਕੋਲ ਅੱਗੇ ਹੋਰ 5-7 ਸਾਲ ਪ੍ਰਾਈਮ ਵਾਲੇ ਹੈਗੇ, ਹਾਂਜੀ। ਫਿਰ ਆਖਰੀਲੇ 10 ਸਾਲ ਦਾ ਪ੍ਰੋਡਿਊਸ ਉਹਦੀ ਘਟਣੀ ਸ਼ੁਰੂ ਹੋ ਜਾਂਦੀ ਹੈ। ਉਹ ਤੁਸੀਂ ਨਿਊਟ੍ਰੀਸ਼ਨ ਤੇ ਡਿਪੈਂਡ ਕਰਦਾ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਲੁੱਕ ਆਫਟਰ ਤੇ ਪ੍ਰੋਨ ਕਰਦੇ ਆ। ਓਕੇ। ਪਰ ਜੇ ਟੈਕਸ ਦੀ ਗੱਲ ਕਰੀਏ, ਟੈਕਸ ਗਵਰਨਮੈਂਟ ਨੇ ਇੱਕ ਅਜਿਹਾ ਸਿਸਟਮ ਬਣਾਇਆ ਹੋਇਆ,
ਵੀ ਤੁਸੀਂ ਕਿਸੇ ਪਾਸੇ ਇਹਨੂੰ ਬੀਟ ਨਹੀਂ ਕਰ ਸਕਦੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਪੈਸ਼ਲੀ ਜਿਹੜਾ ਬਜਟ ਹੁਣ ਆਇਆ ਹੈ, ਇਹ ਇੱਕ ਤਰ੍ਹਾਂ ਐਂਬੀਸ਼ਨ ਤੇ ਹੀ ਟੈਕਸ ਲੱਗ ਚੁੱਕਾ ਹੈ। ਜਿਹੜਾ ਬੰਦਾ ਉੱਠਣਾ ਚਾਹੁੰਦਾ ਉੱਤੇ ਉਸ ਚਾਹੁੰਦੇ ਸਾਰੇ ਐਵਰੇਜ ਰਹਿਣ, ਜਿੰਨਾ ਟੈਕਸ ਕੀ ਕਹਿੰਦੇ ਜੇ ਕੋਈ ਜ਼ਿਆਦਾ ਕਮਾ ਰਿਹਾ ਤੇ ਉਤੋਂ ਉਨਾ ਹੀ ਜ਼ਿਆਦਾ ਟੈਕਸ ਲਓ। ਤੁਸੀਂ ਕੰਮ ਕਿਚ ਕਰਦੇ ਟਰਸਟ ਚ ਕੀ ਕੰਪਨੀ ਚ? ਕੰਮ ਫਾਡਾ ਹੈ ਫਿਲਹਾਲ ਤਾਂ ਪਾਰਟਨਰਸ਼ਿਪ ਆ। ਪਾਰਟਨਰਸ਼ਿਪ ਹੈ, ਫਾਰਮਿੰਗ ਦਾ ਕੰਮ ਵੀ ਪਾਰਟਨਰਸ਼ਿਪ ਚ ਹੋ Partnership ਰਿਹਾ। ਹੈ। ਚਲੋ ਠੀਕ ਹੈ, ਫਾਰਮਿੰਗ ਵਾਲੇ ਕੰਮ ਚ ਤੁਹਾਨੂੰ ਇੱਕ ਇਹ ਬੈਨੀਫਿਟ ਹੈ ਕਿ 30% ਟੈਕਸ ਜਿਹੜਾ ਟਰਸਟ ਤੇ ਉਹਨਾਂ ਨੇ ਲਾਤਾ ਉਹ ਫਾਰਮਰਸ ਤੇ ਹੈ ਨਹੀਂਗਾ। ਇੱਕ ਨਵਾਂ ਟੈਕਸ ਉਹਨਾਂ ਨੇ ਲਾਤਾ 30% ਟਰਸਟ ਤੇ, ਲੈਜਿਸਲੇਟ ਹਲੇ ਹੋਣਾ ਹੈ, ਪਰ ਉਹ ਮੋਸਟ ਲਾਈਕਲੀ ਹੋ ਜਾਣਾ ਗਵਰਨਮੈਂਟ legislate। ਇੱਕ ਰੂਲ ਹੀ ਇਸ ਤਰ੍ਹਾਂ ਬਣਾਉਂਦੀ ਹੈ ਜਿੱਧਰ ਮਰਜ਼ੀ ਤੁਸੀਂ ਸੇਵਿੰਗ ਕਰ ਲਓ, ਤੁਹਾਨੂੰ ਐਂਡ ਆਫ ਦਾ ਡੇ ਜੇ ਤੁਸੀਂ ਫਾਰਮ 'ਚ ਇਨਕਮ ਕਰ ਰਹੇ ਆ ਉਹਦੇ ਤੇ ਵੀ ਤੁਹਾਨੂੰ ਟੈਕਸ ਦੇਣੇ ਪੈਣਾ। ਜੇ ਨਾਲ ਤੁਸੀਂ ਸਰਵਾਈਵ ਕਰਨ ਵਾਸਤੇ ਕਿਤੇ TFN ਤੇ ਜੌਬ ਕਰਦੇ ਆ ਉਹਦੇ ਤੇ ਤਾਂ ਟੈਕਸ ਤੁਸੀਂ ਆਲਰੇਡੀ ਦੇ ਚੁੱਕੇ ਫਾਰਮ ਮੈਨੇਜਮੈਂਟ ਡਿਪੋਜ਼ਿਟ ਕਰਾਈ ਕਦੀ ਤੁਸੀਂ? ਨਾ। ਫਾਰਮ ਮੈਨੇਜਮੈਂਟ ਡਿਪੋਜ਼ਿਟ ਇਦਾਂ ਹੁੰਦਾ, ਇਸ ਸਾਲ ਜੇ ਤੁਹਾਡਾ ਟੈਕਸ ਜ਼ਿਆਦਾ ਬਣਦਾ ਪਿਆ, ਤੁਹਾਡੇ ਕੋਲ ਲੈਟਸ ਸੇ $1,00,000 ਐਕਸਟਰਾ ਹੈਗਾ ਜਾਂ $50,000 ਵੀ ਐਕਸਟਰਾ ਹੈਗਾ, ਤੁਸੀਂ ਉਹਨੂੰ ਫਾਰਮ ਮੈਨੇਜਮੈਂਟ ਡਿਪੋਜ਼ਿਟ 'ਚ ਕਰਵਾ ਦਿਓ ਬੈਂਕ 'ਚ ਜਮ੍ਹਾਂ। ਉੱਥੇ ਤੁਹਾਨੂੰ 5% ਇੰਟਰਸਟ ਆਪਣਾ ਮਿਲਦਾ ਰਹਿਣਾ, ਜੋ ਵੀ ਰੇਟ ਹੈ 4-5% ਇੰਟਰਸਟ ਮਿਲਦਾ ਰਹਿਣਾ। ਉਸ ਸਾਲ ਉਹਦੇ ਤੇ ਟੈਕਸ ਕੋਈ ਨਹੀਂ ਲੱਗਣਾ ਉਸ ਇਨਕਮ ਤੇ, ਜਿੱਦਾਂ ਤੁਸੀਂ ਉਹਨੂੰ ਹੋਲਡਿੰਗ ਉਹਨੂੰ ਜਿਹੜੇ ਸਾਲ ਪ੍ਰੋਫਿਟ ਤੁਹਾਡਾ ਹੋਲਡਿੰਗ ਕਹਿ ਦਿੰਦੇ ਆ, ਪ੍ਰੋਫਿਟ ਹੋਲਡ ਕਰ ਸਕਦੇ ਆ। ਹਾਂਜੀ। ਪਰ ਜਦੋਂ ਵੀ ਤੁਸੀਂ ਉਹਨੂੰ ਵਰਤੋਗੇ ਉਦੋਂ ਦੁਬਾਰਾ ਫਿਰ ਜਦੋਂ tax ਤੁਸੀਂ ਕਢਾਓਗੇ ਉਹਦੇ ਤੋਂ ਉਦੋਂ ਤੁਹਾਨੂੰ ਉਦੋਂ ਉੱਤੇ tax ਟੈਕਸ ਸ਼ੁਰੂ ਲੱਗੇਗਾ। ਹਾਂਜੀ, ਉਹ ਤੁਸੀਂ ਕਿਸੇ ਐਸੇ ਸਾਲ ਚ ਕਢਾ ਸਕਦੇ ਜਦੋਂ ਨਵੀਂ ਸ਼ੈੱਡ ਬਣਾਉਣੀ ਹੈ, ਜਦੋਂ ਨਵਾਂ ਕੁਝ ਫਾਰਮ ਤੇ ਕੰਮ ਕਰਾਣਾ ਹੈ, ਕੋਈ ਨਵਾਂ ਯੂਨਿਟ ਬਣਾਉਣਾ, ਪੈਕੇਜਿੰਗ ਯੂਨਿਟ ਬਣਾ ਲਿਆ, ਕੁਝ ਬਣਾ ਲਿਆ, ਉਹ ਤੁਸੀਂ ਉਦੋਂ ਕਢਾ ਲਿਆ। ਤੁਹਾਡੇ ਕੋਲੇ ਇਨਕਮ ਆਉਂਦੀ ਆ, ਤੁਸੀਂ ਉਹਨੂੰ ਇਨਵੈਸਟ ਕਰ ਦਿੰਦੇ ਆ, ਪਰ ਐਂਡ ਆਫ ਦਾ ਡੇ ਤੁਹਾਡੇ ਕੋਲੇ ਕੈਸ਼ ਫਲੋ ਜਾਂ ਕੈਸ਼ ਪਾਕਟ 'ਚ ਨਹੀਂ ਰਹਿੰਦਾ ਗਿਆ, ਤੁਹਾਨੂੰ ਆਪਦੇ ਫਾਰਮ 'ਚ ਇਨਵੈਸਟ ਕਰਨਾ ਪੈਂਦਾ। ਹੁਣ ਮੇਰੇ ਕੋਲ $1,00,000 ਦੀ ਸ਼ੈੱਡ ਤੇ ਬਣਾ ਲਾ, ਹੁਣ ਮੈਂ ਰੋਟੀ ਕਾਹਦੇ ਨਾਲ ਖਾਊਂਗਾ? ਨਹੀਂ, ਉਹ ਫਿਰ ਉਹੀ ਥੋੜਾ ਥੋੜਾ ਕਰਕੇ ਤੁਸੀਂ ਆਪਣਾ ਐਸੈਟ ਬਣਾ ਸਕਦੇ ਆ, ਪਰ ਜਦੋਂ ਤੁਸੀਂ ਐਸੈਟ ਸੇਲ ਕਰਦੇ ਆ 10-20 ਸਾਲ ਤੁਸੀਂ ਆਪਦੀ ਲਾਈਫ ਦਾ ਸਪੈਂਡ ਕਰ ਲਈ, ਜਦੋਂ ਉਹਨੂੰ ਐਸੈਟ ਸੇਲ ਕਰੋਗੇ ਉਦੋਂ ਤੁਹਾਨੂੰ ਕੈਪੀਟਲ ਗੇਨ ਪੈ ਜਾਣਾ ਉਹਦੇ ਤੇ। ਫਿਰ ਤੁਸੀਂ ਐਸੈਟ ਹੀ ਇਦਾਂ ਦੇ ਬਣਾਓ ਜਿਹੜੇ ਕੈਸ਼ ਫਲੋ ਤੁਹਾਨੂੰ ਜਨਰੇਟ ਕਰਦੇ। ਲੈਟਸ ਸੇ ਤੁਸੀਂ ਇੱਕ ਫਾਰਮ ਲੈਤਾ, ਲੀਜ਼ ਤੇ ਦੇਤਾ, ਉਹ ਲਾਈਫ ਟਾਈਮ ਤੁਸੀਂ ਸੈਲ ਨਾ ਕਰੋ, ਪਰ ਉਹ ਤੋਂ ਕੈਸ਼ ਫਲੋ ਮਿਲ ਨਹੀਂ ਰਿਹਾ ਕੁਝ। ਨਹੀਂ ਤੁਸੀਂ ਦੇਤਾ, ਜੇ ਤੁਸੀਂ ਨਾ ਲੀਜ਼ ਦਾ ਕੁਝ ਜ਼ਿਆਦਾ ਬੈਨੀਫਿਟ ਨਹੀਂ ਹੈ, ਬੈਨੀਫਿਟ ਨਹੀਂ ਮਿਲ ਰਿਹਾ ਤੁਹਾਨੂੰ ਲੀਜ਼ ਤੇ, ਤੁਹਾਨੂੰ ਲੱਗਦਾ ਕਿ ਤੁਹਾਨੂੰ ਕੀ 500 ਪਰ ਏਕੜ ਦਾ ਵੀ ਨਹੀਂ ਦੇਣਾ ਗਿਆ, ਕਿਉਂਕਿ ਜਿਹੜਾ ਕ੍ਰੌਪ ਦਾ ਪ੍ਰਾਈਸ ਆ ਉਹ ਬਹੁਤ ਘੱਟ ਆ। ਮਿਲਡੂਰਾ ਕੀ ਰੇਟ ਚੱਲ ਰਿਹਾ ਲੀਜ਼ ਤੇ? ਏਕੜ ਪਰ ਏਕੜ ਦਾ 10 ਲਾ ਇਟਸ ਲਓ। ਨਾ ਵਰਥ ਇਟ। ਹਾਂ, ਨਾਟ ਵਰਥ ਇਟ। ਨਾ। ਜੈਸੇ ਉਦਾਂ ਵੈਸੇ ਆਈਡੀਅਲੀ ਮੇਰੇ ਕਿੰਨੇ ਕੁ ਏਕੜ ਲਾਈਕ ਕਿੰਨੇ ਕੁ ਡਾਲਰ ਮਿਲਦੇ ਇੱਕ ਲੀਜ਼ ਤੇ 10 ਏਕੜ ਦੇ ਲੈਟਸ ਸੇ? ਜਿਵੇਂ ਕਿਸੇ ਨੇ ਲੂਸਨ ਜਾਂ ਕੋਈ ਵੀ ਫੀਡ ਸਟਾਕ ਵਾਸਤੇ ਜਾਂ ਕਿਸੇ ਨੇ ਸ਼ੀਪ ਜਾਂ ਗੋਟਸ ਉੱਤੇ ਵੀ ਉਹਨਾਂ ਨੂੰ ਗਰੋ ਕਰਨੀ ਆ, ਉਹਨਾਂ ਵਾਸਤੇ ਲੀਜ਼ ਲੈਂਦੀ ਹੈ ਜ਼ਿਆਦਾ। ਓਕੇ। ਵੀ ਕੁਇਕ ਕ੍ਰੌਪ। ਹਾਂ ਨਹੀਂ ਤੇ ਕ੍ਰੌਪ ਕਹਿੰਦੇ ਨੇ। ਹਾਂ ਵਾਈਨਰੀਜ਼ ਵਗੈਰਾ ਇਹ ਤੁਹਾਡੀਆਂ ਇਹ ਨਹੀਂ ਲੀਜ਼ ਤੇ ਜਾਂਦੀਆਂ, ਲੱਗੇ ਲਗਾਏ ਬੂਟੇ ਇਹ ਲੀਜ਼ ਤੇ ਨਹੀਂ ਜਾਂਦੀਆਂ। ਕਿਉਂਕਿ ਤੁਸੀਂ ਕਿਸੇ ਨੂੰ ਟਰਸਟ ਨਹੀਂ ਨਾ ਕਰ ਸਕਦੇ। ਜੇ ਕਿਸੇ ਨੇ 1 ਸਾਲ ਨਹੀਂ ਉਹਨੂੰ ਚੰਗੀ ਤਰ੍ਹਾਂ ਲੁੱਕ ਆਫਟਰ ਕੀਤੀ, ਅਗਲੇ ਸਾਲ ਤੁਹਾਡੇ ਕੋਲ ਫਰੂਟ ਨਹੀਂ ਹੋਣਾ ਗਿਆ। ਓਕੇ ਓਕੇ। ਜੇ ਉਹਨਾਂ ਨੇ ਜਮਾ ਹੀ ਨਿਊਟ੍ਰੀਸ਼ਨ ਉਹਨਾਂ ਨੂੰ ਅਨਬੈਲੈਂਸ ਕਰਤਾ, ਫਿਰ ਉਹ 2-3 ਸਾਲ ਲੱਗਦੇ ਰਿਕਵਰ ਹੋਣ ਵਾਸਤੇ ਉਹਨਾਂ ਨੂੰ। ਇਸ ਕਰਕੇ ਕੋਈ ਕਿਸੇ ਨੂੰ ਲੀਜ਼ ਤੇ ਦਿੰਦਾ ਹੀ ਨਹੀਂ। ਨਹੀਂ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮੈਂ ਤੁਹਾਨੂੰ ਆਪਣਾ ਕੰਟੈਕਟ ਨੰਬਰ ਜ਼ਰੂਰ ਦਿੰਨੀ ਹੈ ਤੇ ਆ ਤੁਸੀਂ ਰੱਖੋ। ਅਸੀਂ ਫਾਰਮਰਸ ਲਈ ਸਪੈਸ਼ਲ ਅਕਾਊਂਟੈਂਟ ਹੈਗੇ ਆ। ਇੱਕ ਸੈਸ਼ਨ ਅਸੀਂ ਡੈਫੀਨਿਟਲੀ ਫ੍ਰੀ ਤਾਂ ਕਰ ਹੀ ਸਕਦੇ ਹਾਂ ਕੈਸ਼ ਫਲੋ ਤੇ। ਤਾਂ ਕੈਸ਼ ਫਲੋ ਤੁਹਾਡੀ ਮੇਜਰ ਪ੍ਰੋਬਲਮ ਹੈ, ਇੱਕ ਫ੍ਰੀ ਸੈਸ਼ਨ ਤੁਸੀਂ ਜਦੋਂ ਵੀ ਮਰਜ਼ੀ ਕਾਲ ਕਰ ਲਿਓ। ਅਸੀਂ ਤੁਹਾਡੇ ਥੋੜੇ ਜਿਹੇ ਨੰਬਰਸ ਦੇ ਕੇ ਇੱਕ ਕੈਸ਼ ਫਲੋ ਸਟ੍ਰੈਟਜੀ ਅਸੀਂ ਮੰਥਲੀ ਬਣਾ ਲੈਂਦੇ ਹਾਂ। ਦੇਖੋ ਹੈਗਾ ਤਾਂ ਔਖਾ ਹੀ ਹੈ, ਤੁਹਾਡੀ ਗੱਲ ਸਹੀ ਹੈ, ਪਰ ਉਹਨੂੰ ਮੈਨੇਜ ਕਰਨ ਦੇ ਤਰੀਕੇ ਹੁੰਦੇ ਆ ਕਿ ਕੈਸ਼ ਫਲੋ ਤੁਹਾਡੇ ਕੋਲ ਰਵੇ, ਹੱਥ 'ਚ ਰਵੇ, ਤੇ ਉਹ ਅਸੀਂ ਮੈਨੇਜ ਕਰਨ ਲਈ ਡੈਫੀਨਿਟਲੀ ਇੱਕ ਫ੍ਰੀ ਸੈਸ਼ਨ ਤੁਹਾਡੇ ਨਾਲ ਕਰ ਸਕਦੇ ਹਾਂ। ਬਹੁਤ ਵੱਡੀਆਂ ਮੱਛੀਆਂ, ਉਹਨਾਂ ਨੂੰ ਛੋਟੀਆਂ ਮੱਛੀਆਂ ਫੜਨਾ। ਉਹਨੇ ਛੋਟੀਆਂ ਮੱਛੀਆਂ ਫੜਨਾ ਉਹਨਾਂ ਲਈ ਸੌਖਾ ਹੈ, ਵੱਡੀਆਂ ਮੱਛੀਆਂ ਕੋ ਤਾਂ ਵੱਡੇ ਲਾਇਰ ਹੈਗੇ ਆ। ਹਾਂ, ਵੱਡੀਆਂ ਹਾਂ, ਵੱਡੇ ਲਾਇਰ ਹੈਗੇ, ਸੋ ਉਹ ਕਿਉਂਕਿ ਬਿਜ਼ਨਸ ਇਨਕਮ ਘੱਟ ਹੈ, 70,000 ਰਹਿ ਜਾਈ ਉਹਦੇ ਚ ਕਿੱਦਾਂ ਟੈਕਸ? ਦੇਖੋ ਛੋਟੇ ਬਿਜ਼ਨਸ ਜੇ 70,000 ਇਨਕਮ ਹੈ, ਪਹਿਲਾਂ ਤਾਂ ਆਪਾਂ ਸੋਲ ਟ੍ਰੇਡਰ 'ਚ ਹੀ ਕਰੀ ਜਾਈਏ, ਫਾਇਦਾ ਨਹੀਂ ਉਹਨੂੰ। ਹਾਂਜੀ, ਕੰਪਨੀ ਤੇ ਉਹਦੇ 'ਚ ਕਰਨ ਦਾ। ਸੋਲ ਟ੍ਰੇਡਰ ਹੀ ਹੈ ਮੇਰਾ, ਡਰਾਈਵਿੰਗ ਸਕੂਲ ਹੈ। ਡਰਾਈਵਿੰਗ ਸਕੂਲ ਆ ਤੁਹਾਡਾ, ਓਕੇ। ਉਹਦੇ 'ਚ ਤੁਹਾਡੇ ਖਰਚੇ ਹੋ ਜਾਂਦੇ ਸਾਰੇ, ਜਿਹੜੇ ਕਾਰ ਦੇ ਤੁਹਾਡੇ ਖਰਚੇ ਹੈ, ਕੋਈ ਲਾਇਸੈਂਸਿੰਗ, ਫਿਊਲ ਦਾ ਲਾਇਸੈਂਸਿੰਗ ਕੋਸਟ, ਕੋਈ ਵੀ ਤੁਹਾਡੀ ਪਰਮਿਟਸ ਹੋ ਗਏ ਤੁਹਾਡੇ, ਅਦਰਵਾਈਜ਼ ਲਾਇਸੈਂਸ ਦੇ ਇੰਸ਼ੋਰੈਂਸ, ਕੋਈ ਵੀ ਇਦਾਂ ਦੇ ਖਰਚੇ ਜਿਹੜੇ ਤੁਸੀਂ ਮਾਰਕੀਟਿੰਗ ਦੇ ਦਿਖਾ ਸਕਦੇ ਹੋ, ਤੁਸੀਂ ਆਪਣੇ ਬਿਜ਼ਨਸ ਲਈ ਕੀਤੇ ਆ, ਐਡਵਰਟਾਈਜ਼ਿੰਗ, ਉਹ ਸਾਰੇ ਹੈਗੇ। ਕੋਈ ਲੀਗਲ ਤੇ ਪ੍ਰੋਫੈਸ਼ਨਲ ਫੀਸ ਤੁਸੀਂ ਦੇ ਪਰ ਰਹੇ ਉਹਦੇ ਹੋ। ਚ GST ਪੇ ਕਰਨੀ ਪੈਂਦੀ ਹੈ, ਜਿਵੇਂ ਆਪਾਂ ਜੇ ਇਨਕਮ ਘੱਟ ਜੇ 75,000 ਤੋਂ ਘੱਟ ਹੈ, ਜਿੱਦਾਂ 70,000 ਕਹਿ ਰਹੇ ਹੋ, ਫੇਰ ਨਹੀਂ ਲਓ, ਤੇ GST ਭਰਨ ਦੀ ਲੋੜ। ਰਜਿਸਟਰ ਹੀ ਨਾ ਕਰਾਓ। ਜੇ ਪਰ 70,000 ਆਲਰੇਡੀ ਦੀ ਜਿਵੇਂ ਮੈਂ turnover ਹੈ, ਰਜਿਸਟਰਡ ਕਰਤੀ, ਮੈਨੂੰ ਪਤਾ ਬੰਦ ਕਰ ਨਹੀਂ ਦੋ, ਬੰਦ ਕਰ ਦੋ, GST ਬੰਦ ਕਰ ਦੋ।
ਕੈਨਸਲ ਕਰਾ ਦਿਓ GST, ABN ਰੱਖੀ ਰੱਖੋ ਤੇ ਸਿਰਫ ਉਹਦੇ ਤੇ ਆਪਣਾ ਕੰਮ ਕਰੋ, ਕੀ ਕਹਿੰਦੇ ABN ਤੇ ਕੰਮ ਜੇ ਕਰੋ। ਤੁਸੀਂ GST ਕਿਸੇ ਨੂੰ ਚਾਰਜ ਕਰਦੇ ਹੋ ਫਿਰ ਤੁਹਾਨੂੰ ਜੇ ਮੰਨ ਲਓ ਮੈਂ ਪੇ ਜੇ ਕਰ ਚਾਰਜ ਕਰਦੇ ਹੋ ਉਹੀ, ਜੇ 75000 ਤੋਂ ਘੱਟ ਹੈ ਤੁਹਾਡੀ ਇਨਕਮ, ਤੁਹਾਨੂੰ ਚਾਰਜ ਕਰਨ ਦੀ ਲੋੜ ਨਹੀਂ, ਸਪੈਸ਼ਲੀ ਡਰਾਈਵਿੰਗ ਸਕੂਲ ਦੇ ਬਿਜ਼ਨਸ। ਟੈਕਸੀ ਵਗੈਰਾ ਦਾ ਹੋਵੇ ਫਿਰ ਵੈਰੀ ਫਸਟ ਡਾਲਰ ਤੋਂ ਹੈਗੀ ਹੈ, ਬਟ ਅਦਰਵਾਈਜ਼ ਕੀ ਕਹਿੰਦੇ 75000 ਤੋਂ ਘੱਟ ਐਨੀ ਅਦਰ ਬਿਜ਼ਨਸ ਯੂ ਡੋਨਟ ਨੀਡ ਟੂ ਬੀ ਰਜਿਸਟਰਡ ਫॉर GST। ਪਰ ਜਿਵੇਂ ਹੁਣ ਮੈਂ GST ਭਰ ਰਿਹਾ ਮੇਰੀ ਇਨਕਮ ਘੱਟ ਆ, ਉਹਦੇ 'ਚ ਕੀ ਆਪਸ਼ਨ ਹੈ? ਤੁਸੀਂ ਬੰਦ ਕਰ ਦਿਓ ਨਾ GST, ਤੁਸੀਂ ਕਿਉਂ ਭਰ ਰਹੇ? ਤੁਹਾਨੂੰ ਤਾਂ ਨੁਕਸਾਨ ਹੀ ਹੋਣਾ ਹਰ ਸਾਲ। ਤੁਹਾਨੂੰ ਕਿਉਂਕਿ ਤੁਸੀਂ ਹਰ ਲੈ ਰਹੇ ਆ ਹਾਂਜੀ ਤੁਸੀਂ ਇਨਵੋਇਸ ਤੇ ਲਾ ਲਓ ਨਾ, ਇਨਵੋਇਸ ਤੁਸੀਂ ਆਪਣੇ ਬਿਨਾਂ GST ਵਾਲੇ ਹੀ ਬਣਾਓ। ਬਿਨਾਂ GST ਹਾਂਜੀ ਇਨਵੋਇਸ ਆਪਣੇ ਜਦੋਂ ABN ਇਨਵੋਇਸ ਤੇ ਜਿਹੜੀ ਹੁੰਦੀ ਜੇ ਮੇਰੀ ਤੁਹਾਡੀ ਇਨਕਮ 75 ਤੋਂ ਘੱਟ ਆ ਤਾਂ ਮੈਂ GST ਨਾ ਲਵਾਂ? ਨਾ ਜ਼ਰੂਰਤ ਨਹੀਂ ਤੁਹਾਨੂੰ ਕਿਉਂਕਿ ਹਰ ਵਾਰ ਭਰਨੀ ਹੀ ਪੈਣੀ ਹੈ ਤੁਹਾਨੂੰ। ABN ਤੇ ਕੀ ਹੋਏਗਾ ਫਿਰ? ABN ਤੇ ਨਾਰਮਲ ਇਨਕਮ ਲੈਣੀ, ਜਿੱਦਾਂ ਹੁਣ ਤੁਸੀਂ ਇਨਵੋਇਸ ਬਣਾਉਂਦੇ ਹੋ ਡਰਾਈਵਿੰਗ ਲੈਸਨ 2 ਲੈਸਨ ਦਿੱਤੇ $70 ਦੇ, ਤੇ ਤੁਸੀਂ 140 ਪਲੱਸ GST $14 154 ਦੀ ਇਨਵੋਇਸ ਬਣਾਉਂਦੇ ਹੋ। ਉਦਾਂ ਤੁਸੀਂ ਸਿਰਫ 140 ਦੀ ਇਨਵੋਇਸ ਬਣਾਉਂਦੇ ਹੋ, ਤੁਸੀਂ 154 ਦੀ ਨਹੀਂ ਬਣਾਉਣੀ, ABN ਤੇ $14 ਟੈਕਸ ਨਹੀਂ ਲੈਣੇ। ਭਰਨਾ? ABN ਤੇ ਟੈਕਸ ਉਹ ਤੁਹਾਡੀ ਬਣਨਗੇ, ਟੈਕਸ ਨਾਰਮਲ ਬਣੇਗਾ, GST ਨਹੀਂ ਬਣੇਗਾ। GST ਦਾ ਕੋਈ ਜ਼ਿਆਦਾ ਨਹੀਂ ਫੰਡਾ, ਕਿਉਂਕਿ ਤੁਸੀਂ ਕਸਟਮਰ ਤੋਂ ਲੈ ਰਹੇ ਆ ਤੇ ਗਾਂ ਗਵਰਨਮੈਂਟ ਨੂੰ ਪੇ ਕਰ ਰਹੇ ਆ। ਉਹ ਤੁਹਾਡੀ ਗੱਲ ਸਹੀ ਹੈ, ਪਰ ਫਿਰ ਪਰ ਜਿਹੜੇ ਆਪਣੀ ਲੋਕਾਂ ਨੂੰ income ਹੁੰਦਾ ਕਿ ਘੱਟ ਕੈਸ਼ ਫਲੋ ਆਈ ਉਹ ਤਾਂ ਵਰਤ ਲੈਂਦੇ ਅਸੀਂ, ਜਦੋਂ ਆਈ ਉਹ ਅਸੀਂ ਲਿੱਤੇ ਐਕਸਟਰਾ, ਜਿਹੜੇ ਉਹਨਾਂ ਤੋਂ ਲਿੱਤੇ ਉਹ ਵਰਤ ਲੈਂਦੇ। 3 ਮਹੀਨੇ ਬਾਅਦ ਜਦੋਂ ਗਵਰਨਮੈਂਟ ਨੂੰ ਪੇ ਕਰਨ ਦਾ ਟਾਈਮ ਹੁੰਦਾ ਆ ਅਸੀਂ ਦੇ ਦੇ ਉਹ ਤਾਂ ਆਪਦੇ ਆਪ ਨੂੰ ਬਲਾਈਂਡ ਕਰਨ ਵਾਲੀ ਗੱਲ ਹੀ ਆ। ਉਹ ਜਾਂ ਫਿਰ ਡਿਸਪਲਿਨ ਇੰਨਾ ਹੋਵੇ ਕਿ ਬੰਦਾ ਜਿਹੜੇ ਚਾਰਜ ਕਰ ਰਿਹਾ ਉਹ ਐਕਸਟਰਾ ਅਕਾਊਂਟ 'ਚ ਰੱਖੀ ਜਾਵੇ, ਤੇ ਫਿਰ ਉਸ ਤੋਂ ਬਾਅਦ ਜਦੋਂ 3 ਮੰਥਲੀ ਦੇਣੀ ਆ ਉਦੋਂ ਦੇ ਦੇਵੇ ਨਾ। ਪਰ ਆਈ ਥਿੰਕ 75,000 ਤੋਂ ਘੱਟ ਬਿਜ਼ਨਸ ਨੂੰ ਨਹੀਂ ਚਾਰਜ ਕਰਨੀ ਚਾਹੀਦੀ। ਰੀਜ਼ਨ ਬੀਇੰਗ ਤੁਹਾਨੂੰ ਹਰ ਵਾਰ ਭਰਨੀ ਹੀ ਪੈਣੀ ਹੈ। ਤੁਸੀਂ ਜਿੰਨੇ ਖਰਚੇ ਕਰਦੇ ਹੋ, ਲੈਟਸ ਸੇ 70,000 ਹੈ, ਵਿੱਚੋਂ 40,000 ਦੇ ਤੁਸੀਂ ਖਰਚੇ ਕਰ ਲਏ, ਮੁੰਨਾ ਤਾਂ 4,000 ਹੀ ਹੈ ਉਹਦੇ ਮਗਰ, 3,000 3500 ਮੁੰਨਾ ਤੁਹਾਨੂੰ ਉਹਦੇ ਮਗਰ, ਤੇ ਦੇਣ ਵਾਲਾ ਤੁਹਾਡਾ 7,000 6,000 ਸਮਥਿੰਗ ਬਣ ਜਾਣਾ। ਸੋ 2-3,000 ਹਮੇਸ਼ਾ ਤੁਹਾਡਾ ਜਾ ਹੀ ਰਿਹਾ, ਨੋਟ ਵਰਥ ਇਟ। ਤੁਹਾਨੂੰ ਕੈਸ਼ ਫਲੋ ਦਾ ਨਹੀਂ ਹੋਣਾ ਤੁਹਾਡਾ। ਕਰਦੇ ਹਾਂ ਕੋਈ ਗੱਲ ਡੈਫੀਨੇਟਲੀ ਕੋਈ ਹੋਰ ਕੁਐਸਚਨਸ ਹੋਣ ਤੁਹਾਡੇ? ਹਾਲੇ ਥੈਂਕ ਯੂ ਜੀ, ਥੈਂਕ ਯੂ ਸੋ ਮਚ, ਤੁਸੀਂ ਪਰਸਨਲ ਜਿਹੜੇ ਸਟਾਪ ਹੋਏ, ਥੈਂਕ ਯੂ ਸੋ ਮਚ, ਰੀਅਲੀ ਅਪਰੀਸ਼ੀਏਟ ਇਟ। ਫਸਟ ਪੀਪਲ ਆਈ ਟਾਕ ਟੂ। ਸਤਿ ਸ਼੍ਰੀ ਅਕਾਲ ਜੀ, ਟੈਕਸ ਬਾਰੇ ਗੱਲ ਕਰਨਾ ਚਾਹੋਗੇ? ਟੈਕਸ ਬਾਰੇ ਬਜਟ ਬਾਰੇ? ਨਹੀਂ ਸਟਾਪ ਕਰ ਦੋ।